ਜਿੱਥੇ ਇਹ ਪਤਾ ਹੈ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕੀਤਾ ਗਿਆ ਹੈ। ਪਰ ਡਿਟੇਲ ਦੇ ਵਿੱਚ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਆਖਰਕਾਰ ਕਿਹੜਾ ਪਲਾਸਟਿਕ ਬੈਨ ਹੈ। ਕਾਰੋਬਾਰੀ ਹੁਣ ਅੱਗੇ ਆਪਣੇ ਕੰਮ ਨੂੰ ਕਿਸ ਤਰੀਕੇ ਦੇ ਨਾਲ ਤੋਰਨਗੇ, ਸਰਕਾਰ ਕੀ ਕੁਝ ਕਰ ਸਕਦੀ ਹੈ, ਸੁਣੋ ਇਸ ਕਾਰੋਬਾਰੀ ਤੋਂ। नमस्कार, मैं अंकुश गुप्ता प्लास्टिक एसोसीएशन का ऑफिस बेयरर बोल रहा हाँ। मैं अज पंजाब सरकार द्वारा जो प्लास्टिक बैन किया जा रहा है उसदे बारे कुछ कहना चाहना हाँ कि ये प्लास्टिक बैन एक सरासर बहुत बड़ा साढ़े ते धक्का किया जा रहा है, जो सरकार वालों किया जा रहा है। ये मैं दे विच तुहानूं दसना चाहना हाँ कि पिछे सब तो पहले NGT द्वारा 2016 दे विच प्लास्टिक कैरी बैग नूं बंद किया गया सीगा ਤੇ ਲੇਕਿਨ 2-3 ਮਹੀਨਿਆਂ ਬਾਅਦ ਹੀ NGT ਨੇ ਦੇਖਿਆ ਕਿ ਇਹਦੇ ਬਗੈਰ ਕੋਈ ਹੱਲ ਨਹੀਂ ਹੋ ਰਿਹਾ ਔਰ ਇਹਦਾ ਜਿਹੜਾ ਫੈਸਲਾ ਹੈ ਉਹਨਾਂ ਨੇ ਇਹਨੂੰ ਅਮੈਂਡ ਕਰਦੇ ਹੋਏ 50 ਮਾਈਕਰੋਨ ਦਾ ਪਾਸ ਕਰ ਦਿੱਤਾ ਗਿਆ ਸੀਗਾ। ਤੇ ਉਸ ਤੋਂ ਬਾਅਦ NGT ਦੇ ਪਾਸ ਕਰਨ ਤੋਂ ਬਾਅਦ CPCB ਆਪਣਾ ਜਿਹੜਾ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਨੇ ਵੀ ਇਹਨੂੰ ਪਾਸ ਕੀਤਾ ਤੇ ਉਹਨੂੰ ਦੇਖਾ ਦੇਖੀ ਜਦੋਂ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਨੇ ਇਹਨੂੰ ਪਾਸ ਕੀਤਾ ਜਿਹੜਾ 50 ਮਾਈਕਰੋਨ ਦਾ ਲਾਅ ਹੈਗਾ NGT ਦਾ, ਤੇ ਉਹਨੂੰ ਦੇਖਦੇ ਹੋਏ ਸਾਡੀ ਆਪਣੀ ਸਰਕਾਰ ਕੇਜਰੀਵਾਲ ਸਰਕਾਰ ਜੀ ਨੇ ਇਹਨੇ ਸਭ ਤੋਂ ਪਹਿਲੇ ਦਿੱਲੀ ਦੇ ਵਿੱਚ ਇਸ ਮਾਡਲ ਨੂੰ ਲਾਗੂ ਕੀਤਾ ਤੇ ਇੱਕ ਦੇਸ਼ ਨੂੰ ਬਹੁਤ ਵੱਡੀ ਰਾਹਤ ਦਿੱਤੀ ਪਲਾਸਟਿਕ ਕੈਰੀ ਬੈਗ ਐਸੋਸੀਏਸ਼ਨਸ ਨੂੰ ਤੇ ਕੈਰੀ ਬੈਗ ਬਣਾਉਣ ਵਾਲੇ ਲੋਕਾਂ ਨੂੰ ਇੱਕ ਆਸ ਦਿੱਤੀ ਕਿ ਉਹਨਾਂ ਦੀ ਰੋਜ਼ੀ ਰੋਟੀ ਨਹੀਂ ਜਾਏਗੀ। ਉਹਨੂੰ ਦੇਖਦੇ ਦੇਖਦੇ ਅੱਜ ਇੰਨੇ ਸਾਲਾਂ ਤੱਕ 2016 ਤੋਂ ਲੈ ਕੇ 22 ਤੱਕ ਚੱਲਦੇ ਇਹਨੂੰ ਦੇਖਾ ਦੇਖੀ ਕਈ ਸਟੇਟਾਂ ਨੇ ਹੋਰ ਨੇ ਵੀ ਇਹਨੂੰ ਹੁਣ ਲਾਗੂ ਕਰ ਦਿੱਤਾ ਹੈ। ਤੇ ਇਸ ਕਰਕੇ ਸਾਡੀ ਆਪਣੀ ਸਰਕਾਰ ਹੁਣ ਪੰਜਾਬ ਦੇ ਵਿੱਚ ਵੀ ਆਈ ਹੈ। ਆਪ ਦੀ ਸਰਕਾਰ ਸਾਡੀ ਆਪਣੀ ਸਰਕਾਰ ਅਸੀਂ ਸਮਝਦੇ ਹਾਂ ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਜਿਹੜਾ ਕਿ ਐਸੋਸੀਏਸ਼ਨ ਲੈਵਲ ਤੇ ਅਸੀਂ ਕਹਿਣਾ ਚਾਹੁੰਦੇ ਹਾਂ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਤੇ ਅਸੀਂ ਬਹੁਤ ਵਾਰੀ ਮਿਲੇ ਵੀ ਹੈ ਉਹਨਾਂ ਨੂੰ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਜਿਹੜਾ ਕਿ ਦਿੱਲੀ ਦਾ ਲਾਅ ਹੈ ਉਹਨੂੰ ਪਾਸ ਕਰ ਦਿੱਤਾ ਜਾਵੇ ਤੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ। ਤੇ ਸਾਡੀ ਗੱਲ ਉਹਨਾਂ ਨੇ ਸੁਣੀ ਤਾਂ ਬਹੁਤ ਧਿਆਨ ਨਾਲ, ਲੇਕਿਨ ਉਹਨੂੰ ਅਮਲ ਦੇ ਵਿੱਚ ਨਹੀਂ ਲਿਆਇਆ ਗਿਆ। ਤੇ ਹੁਣ ਅਸੀਂ ਜਿਹੜੇ ਪੰਜਾਬ ਦੇ ਵਪਾਰੀ ਹੈ ਅਸੀਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਹਾਂ ਤੇ ਸਾਡਾ ਵਪਾਰ ਬਿਲਕੁਲ ਬੰਦ ਹੋ ਚੁੱਕਾ। 1.5-2 ਮਹੀਨੇ ਤੋਂ ਸਾਡੀ ਸਾਰਿਆਂ ਦੀ ਫੈਕਟਰੀਆਂ ਬੰਦ ਪਈਆਂ ਹੈ। ਲੇਕਿਨ ਅੱਜ ਅਸੀਂ ਫਿਰ ਇੱਕ ਵਾਰੀ ਐਸੋਸੀਏਸ਼ਨ ਦੇ ਵੱਲੋਂ ਮੈਂ ਮਾਨ ਸਰਕਾਰ ਜੀ ਨੂੰ ਰਿਕੁਐਸਟ ਕਰਦਾ ਹਾਂ ਕਿ ਦਿੱਲੀ ਮਾਡਲ ਔਰ ਸੈਂਟਰ ਪੋਲਿਊਸ਼ਨ ਕੰਟਰੋਲ ਦਾ ਜਿਹੜਾ ਮਾਡਲ ਹੈ ਆਪਣੀ ਸਰਕਾਰ ਦਾ ਜਿਹੜਾ ਮਾਡਲ ਹੈ ਉਹ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ ਤੇ ਬਹੁਤ ਵੱਡੀ ਇੰਡਸਟਰੀ ਨੂੰ ਹਤਾਹਤ ਹੋਣ ਤੋਂ ਬਚਾਇਆ ਜਾਵੇ। ਇਸ ਪਲਾਸਟਿਕ ਇੰਡਸਟਰੀ ਦੇ ਨਾਲ 5 ਤੋਂ 7 ਲੱਖ ਲੋਕ ਡਾਇਰੈਕਟ ਔਰ ਇਨਡਾਇਰੈਕਟ ਰੂਪ ਦੇ ਵਿੱਚ ਜੁੜੇ ਹੋਏ ਹਨ, ਜਿਨ੍ਹਾਂ ਦੇ ਵਿੱਚ ਕੂੜਾ ਬਿੰਨਣ ਵਾਲੇ ਤੋਂ ਲੈ ਕੇ ਇਹਨੂੰ ਰੀਸਾਈਕਲ ਕਰਕੇ ਤੇ ਦਾਣੇ ਵਾਲੇ, ਟੈਂਪੂ ਵਾਲੇ, ਮੈਨੂਫੈਕਚਰਰਸ ਦੇ ਪਰਿਵਾਰ, ਮੈਨੂਫੈਕਚਰਰਸ ਦੇ ਅੰਡਰ ਕੰਮ ਕਰਨ ਵਾਲੇ ਲੇਬਰ ਦੇ ਪਰਿਵਾਰ, ਉਹਨਾਂ ਦੇ ਅੱਗੇ ਹੋਰ ਸਿਸਟਮ, ਇਹ ਸਾਰੇ ਜੁੜੇ ਹੋਏ ਨੇ। ਤੇ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਆਪਣੀ ਗੱਲ ਰੱਖਣ ਦਾ ਤੇ ਵਿੱਚ ਦਾ ਕੋਈ ਹੱਲ ਕੱਢ ਕੇ ਇਹਨੂੰ ਲਾਗੂ ਕੀਤਾ ਜਾਵੇ। 75 ਮਾਈਕਰੋਨ ਜੋ ਸਰਕਾਰ ਦਾ ਦਿੱਲੀ ਸਰਕਾਰ ਦਾ ਹੈ ਉਹਨੂੰ ਲਾਗੂ ਕੀਤਾ ਜਾਵੇ। ਅਸੀਂ ਸਰਕਾਰ ਦੇ ਜਿਹੜੇ ਸਰਕਾਰ ਨੇ SUP 19 ਚੀਜ਼ਾਂ ਨੂੰ, ਸਿੰਗਲ ਯੂਜ਼ ਪਲਾਸਟਿਕ 19 ਆਈਟਮਾਂ ਨੂੰ ਬੈਨ ਕੀਤਾ, ਅਸੀਂ ਉਹਦਾ ਬਹੁਤ ਸਵਾਗਤ ਕਰਦੇ ਹਾਂ ਤੇ ਅਸੀਂ ਸਰਕਾਰ ਦੇ ਨਾਲ ਹਾਂ ਕਿ ਜੋ ਉਹਨਾਂ ਨੇ ਇੱਕ ਫੈਸਲਾ ਲਿਆ ਹੈ ਉਹ ਬਹੁਤ ਇਤਿਹਾਸਿਕ ਫੈਸਲਾ ਹੈ ਹਿੰਦੁਸਤਾਨ ਦੇ ਵਿੱਚ ਮਾਡਲ ਬਣਨ ਵਾਸਤੇ। ਲੇਕਿਨ ਅਸੀਂ ਉਹਦੇ ਵਿੱਚੋਂ ਇੱਕ ਰਿਕੁਐਸਟ ਕਰਾਂਗੇ ਕਿ ਜਿਹੜਾ ਸਾਡਾ ਕੈਰੀ ਬੈਗ ਹੈ ਉਹ ਸਿੰਗਲ ਯੂਜ਼ ਪਲਾਸਟਿਕ ਦੇ ਵਿੱਚ ਪਾਇਆ ਗਿਆ ਹੈ, ਦੀ ਕੈਟਾਗਰੀ 'ਚ ਪਾਇਆ ਗਿਆ ਹੈ, ਲੇਕਿਨ ਇਹ ਸਿੰਗਲ ਯੂਜ਼ ਪਲਾਸਟਿਕ ਨਹੀਂ ਹੈ ਕਿਉਂਕਿ ਇਹ ਕੈਰੀ ਬੈਗ ਜਿਹੜਾ ਹੈ ਉਹ ਬਾਰ-ਬਾਰ ਰੀਸਾਈਕਲ ਕਰਕੇ ਇਹਨੂੰ ਇਸਤੇਮਾਲ ਕੀਤਾ ਜਾਂਦਾ ਹੈ। ਇਹ ਘੱਟੋ ਘੱਟ 10-15 ਵਾਰੀ ਇਸਤੇਮਾਲ ਕੀਤਾ ਜਾਂਦਾ ਹੈ, ਪਹਿਲੇ ਰੀਸਾਈਕਲ ਕਰਕੇ ਕੈਰੀ ਬੈਗ ਦੇ ਰੂਪ 'ਚ ਔਰ ਹੋਰ ਆਈਟਮਾਂ ਦੇ ਰੂਪ 'ਚ, ਔਰ ਇਹਦੇ ਐਂਡ ਦੇ ਵਿੱਚ ਇਹਦਾ ਇੱਕ ਕੋਈ ਨਾ ਕੋਈ ਸੋਲਿਡ ਆਈਟਮ ਜਿਵੇਂ ਕਿ ਸਾਈਕਲਾਂ ਦੇ ਮੁਰਗਾਟ, ਗੱਦੀਆਂ, ਟੋਕਰੀਆਂ ਆਦਿ ਬਣ ਕੇ ਇਹ ਫਿਰ ਵੀ ਕਿਤੇ ਨਾ ਕਿਤੇ ਯੂਜ਼ ਹੋ ਜਾਂਦਾ। ਉਹ ਆਈਟਮਾਂ ਵੀ ਫਿਰ ਬਾਅਦ ਵਿੱਚ ਫਿਰ ਰੀਸਾਈਕਲ ਹੁੰਦੀਆਂ ਰਹਿੰਦੀਆਂ। ਤੇ ਅਸੀਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹਦੇ ਬਾਰੇ ਅਵੇਅਰਨੈਸ ਫੈਲਾਉਣ ਦੀ ਲੋੜ ਹੈ, ਨਾ ਕਿ ਇਹਨੂੰ ਬੈਨ ਕਰਨ ਦੀ ਲੋੜ ਹੈ। ਔਰ ਜਿਹੜਾ ਕਿ ਸਰਕਾਰ ਕਹਿੰਦੀ ਹੈ ਪਤਲਾ ਮਾਲ, ਅਸੀਂ ਪਤਲੇ ਮਾਲ ਦੇ ਬਿਲਕੁਲ ਖਿਲਾਫ ਹਾਂ। ਅਸੀਂ ਕਹਿੰਦੇ ਹਾਂ ਕਿ ਪਤਲਾ ਮਾਲ ਨਹੀਂ ਚੱਲਣਾ ਚਾਹੀਦਾ। ਅਸੀਂ ਇਹ ਬਿਲਕੁਲ ਚਾਹਾਂਗੇ ਕਿ ਸਾਡੇ ਨਾਲ ਅਸੀਂ ਸਰਕਾਰ ਦੇ ਨਾਲ ਚੱਲ ਕੇ ਇਹਨੂੰ ਪਤਲੇ ਮਾਲ ਨੂੰ ਨਹੀਂ ਚੱਲਣ ਦਾਂਗੇ। 75 ਮਾਈਕਰੋਨ ਦਾ ਜਿਹੜਾ ਹੈਗਾ ਉਹ ਲਾਗੂ ਕਰਕੇ ਸਾਰੀ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇ।
ਤੇ ਜਿਹੜੀ ਪਲਾਸਟਿਕ ਜਿਹੜਾ ਸੀਗਾ ਇਹ ਸਾਡਾ ਇੱਕ ਅਸੈਟ ਸੀਗਾ, ਲੇਕਿਨ ਕਦ ਇਹ এনवायरमेंट ਲਈ ਲਾਇਬਿਲਿਟੀ ਬਣ ਗਿਆ ਇਹ ਸਾਨੂੰ ਪਤਾ ਹੀ ਨਹੀਂ ਚੱਲਿਆ, ਕਿਉਂਕਿ ਗਲਤੀ ਇਹਦੇ ਵਿੱਚ ਲੋਕਾਂ ਦੀ ਵੀ ਹੈ ਤੇ ਇਹਨੂੰ ਸੰਭਾਲ ਕਰਨ ਵਾਲੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੀ ਵੀ ਹੈ। ਕਿਉਂਕਿ ਲੋਕੀ ਕੀ ਕਰਦੇ ਨੇ ਕਿ ਕੋਈ ਵੀ ਚੀਜ਼ ਹੈਗੀ ਹੈ ਉਹਨੂੰ ਇਸਤੇਮਾਲ ਕਰਦੇ ਨੇ ਤੇ ਜਿੱਥੇ ਵੀ ਸਮਝਦੇ ਨੇ ਉੱਥੇ ਸੁੱਟ ਦਿੰਦੇ ਆ। ਆਪਾਂ ਕੋਈ ਵੀ ਚੀਜ਼ ਖਰੀਦਦੇ ਆ ਜਾਂ ਇਸਤੇਮਾਲ ਕਰਦੇ ਹਾਂ ਘਰਾਂ ਦੇ ਵਿੱਚ, ਉਸ ਤੋਂ ਬਾਅਦ ਉਹਦੀ ਪੰਡ ਜੀ ਬਣ ਕੇ ਉਹਨੂੰ ਸੁੱਟ ਦਿੰਦੇ ਆ ਤੇ ਉਹ ਐਜ਼ ਇਟ ਇਜ਼ ਪਿਆ ਰਹਿੰਦਾ ਹੈ ਤੇ ਉਹ ਥੋੜਾ ਜਿਹਾ ਹਾਂ ਪਤਲਾ ਮਾਲ ਹੋਣ ਕਰਕੇ ਇਹ ਉੜਦਾ ਹੈ, ਇਹ ਜ਼ਰੂਰ ਹੈ, ਇਹ ਅਸੀਂ ਵੀ ਮੰਨਦੇ ਹਾਂ। ਲੇਕਿਨ ਅਸੀਂ ਵੀ ਉਹੀ ਕਹਿ ਰਹੇ ਹਾਂ ਕਿ ਪਤਲਾ ਮਾਲ ਨਾ ਚੱਲੇ। এনवायरमेंट ਦੇ ਪ੍ਰਤੀ ਅਸੀਂ ਵੀ ਬਹੁਤ ਜਾਗਰੂਕ ਹੈ, ਸਾਡਾ ਆਪਣਾ ਵੀ ਹੈਗਾ, ਸਾਡੇ ਬੱਚਿਆਂ ਲਈ ਵੀ ਜ਼ਰੂਰੀ ਹੈ। ਔਰ ਬੈਨ ਕਦੀ ਵੀ ਕਿਸੇ ਚੀਜ਼ ਦੇ ਲਈ ਕਿਸੇ ਵੀ ਚੀਜ਼ ਦਾ ਜਿਹੜਾ ਬੈਨ ਹੈ ਉਹ ਕਦੀ ਵੀ ਹੱਲ ਨਹੀਂ ਹੁੰਦਾ। ਨਾਲ ਇੱਕ ਗੱਲ ਹੋਰ ਹੈ ਕਿ ਜਿਹੜਾ ਪਲਾਸਟਿਕ ਹੈ ਉਹ ਆਲ ਓਵਰ ਵਰਲਡ ਚੱਲਦਾ ਪਿਆ ਔਰ ਇਹਦਾ ਕੋਈ ਵੀ ਸਬਸਟੀਟਿਊਟ ਨਹੀਂ ਹੈ। ਅਗਰ ਇਹਦੇ ਸਬਸਟੀਟਿਊਟ ਦੇ ਤੌਰ ਤੇ ਦੇਖਿਆ ਜਾਵੇ ਤਾਂ ਸਬਸਟੀਟਿਊਟ ਦੇ ਪੇਪਰ ਤੌਰ ਤੇ ਕਹਿੰਦੇ ਆ ਕਿ ਪੇਪਰ ਯੂਜ਼ ਕੀਤਾ ਜਾਵੇ, ਪੇਪਰ ਜਾਂ ਜੂਟ। ਨਾ ਤਾਂ ਆਪਣੇ ਇੰਡੀਆ ਦੇ ਵਿੱਚ ਇੰਨਾ ਜੂਟ ਅਵੇਲੇਬਲ ਹੈ ਕਿਉਂਕਿ ਜੂਟ ਦੀਆਂ ਮਿਲਾਂ ਬੰਦ ਹੋਈ ਨੂੰ ਵੀ ਬਹੁਤ ਦੇਰ ਹੋ ਗਈਆਂ। ਜਿਹੜੀ ਆਪਣੀ ਕਲਕੱਤੇ ਸਾਈਡ ਸੀਗੀਆਂ ਉਹ ਮਿਲਾਂ ਵੀ ਬੰਦ ਹੋ ਚੁੱਕੀਆਂ ਔਰ ਜੂਟ ਇੱਕ ਇੰਨਾ ਐਕਸਪੈਂਸਿਵ ਹੋ ਚੁੱਕਾ ਹੈ ਔਰ ਨਾ ਹੀ ਉਹਦੀ ਅਵੇਲੇਬਿਲਿਟੀ ਹੈ ਕਿ ਪੂਰੇ ਆਲ ਓਵਰ ਇੰਡੀਆ ਨੂੰ ਫੀਡ ਕੀਤਾ ਜਾ ਸਕੇ। ਦੂਜਾ ਆਪਸ਼ਨ ਦਿੰਦੇ ਨੇ ਜੀ ਪੇਪਰ ਬੈਗ। ਪੇਪਰ ਆਪਣੇ ਕੋਲ ਪਹਿਲੇ ਹੀ ਨਹੀਂ ਹੈ, ਪਹਿਲੇ ਹੀ ਆਪਾਂ ਜੰਗਲ ਵੱਢ ਕੇ ਉਹਨਾਂ ਨੂੰ ਖਤਮ ਕਰ ਚੁੱਕੇ ਹਾਂ ਔਰ এনवायरमेंट ਦੇ ਜਿਹੜੇ ਅੱਜ ਆਪਾਂ ਜਿਹੜਾ ਗਰਮੀਆਂ ਝੇਲ ਰਹੇ ਹਾਂ ਜਾਂ এনवायरमेंट ਦੇ ਲਈ ਝੇਲ ਰਹੇ ਹਾਂ, ਜੋ ਦਿੱਕਤਾਂ ਝੇਲ ਰਹੇ ਹਾਂ, ਉਹ ਆਪਣੇ ਲਗਾਤਾਰ ਐਕਸਪੈਂਸ਼ਨਸ ਔਰ ਸਾਰੇ ਸ਼ਹਿਰਾਂ ਦੀ ਐਕਸਪੈਂਸ਼ਨਸ ਔਰ ਸਾਰੀ ਚੀਜ਼ਾਂ ਪੋਪੂਲੇਸ਼ਨ ਦੇ ਐਕਸਪੈਂਸ਼ਨ ਦੇ ਨਾਲ ਜਿਹੜੇ ਜੰਗਲ ਵੱਢੇ ਜਾ ਰਹੇ ਨੇ ਉਹਦੇ ਕਰਕੇ ਵੀ ਇਹੀ এনवायरमेंट ਨੂੰ ਨੁਕਸਾਨ ਪਹੁੰਚ ਰਿਹਾ। ਔਰ ਅਗਰ ਆਪਾਂ ਇਹਦਾ ਸਬਸਟੀਟਿਊਟ ਪੇਪਰ ਦਿੰਨੇ ਆ ਤਾਂ ਉਹ ਦਿਨ ਦੂਰ ਨਹੀਂ ਕਿ ਮੈਂ ਸਮਝਦਾ ਕਿ ਸਾਲ ਭਰ ਵੀ ਪੇਪਰ ਚੱਲ ਨਹੀਂ ਪਾਏਗਾ ਜਿੰਨੇ ਕਿ ਜੰਗਲ ਬਚੇ ਨੇ ਔਰ ਉਸ ਤੋਂ ਬਾਅਦ ਕੀ ਰਹਿ ਜਾਏਗਾ। ਇਸ ਕਰਕੇ ਇਹਦਾ ਹੱਲ ਇੱਕ ਪਲਾਸਟਿਕ ਹੀ ਹੈ। ਇਸ ਨੂੰ ਮੈਨੇਜ ਕਰਨਾ ਚਾਹੀਦਾ ਹੈ, ਨਾ ਕਿ ਇਹਨੂੰ ਬੈਨ ਕਰਨਾ ਚਾਹੀਦਾ ਹੈ। ਔਰ ਅਸੀਂ ਸਾਰੇ ਜਣੇ ਇਹੀ ਰਿਕੁਐਸਟ ਕਰਦੇ ਹਾਂ ਸਾਡੇ ਮਾਨਨੀय ਮੁੱਖ ਮੰਤਰੀ ਸਾਹਿਬ ਤੇ এনवायरमेंट ਮਿਨਿਸਟਰ ਮੀਤ ਹੇਅਰ ਜੀ ਨੂੰ ਕਿ ਸਾਡੀ ਐਸੋਸੀਏਸ਼ਨਸ ਨੂੰ ਮਿਲ ਕੇ ਬੁਲਾਇਆ ਜਾਵੇ ਤੇ ਸਾਨੂੰ ਉੱਥੇ ਪ੍ਰੈਜੈਂਟੇਸ਼ਨ ਦਿੱਤੀ ਜਾਵੇ, ਸਾਡੇ ਵੱਲੋਂ ਲਿੱਤੀ ਜਾਵੇ ਔਰ ਜੋ ਸਾਡੇ ਪੁਆਇੰਟਸ ਨੇ ਅਸੀਂ ਤੁਹਾਡੇ ਸਾਹਮਣੇ ਰੱਖ ਸਕੀਏ ਤੇ ਤੁਸੀਂ ਵੀ ਮਤਲਬ ਦੋਨੋਂ ਜਦੋਂ ਧਿਰਾਂ ਆਮਨੇ ਸਾਹਮਣੇ ਬੈਠਦੀਆਂ ਤੇ ਨਤੀਜਾ ਕੋਈ ਨਾ ਕੋਈ ਹੱਲ ਪੋਜ਼ਿਟਿਵ ਹੀ ਨਿਕਲਦਾ ਹੈ। ਇਹਦੇ ਨਾਲ ਬਹੁਤ ਅੱਛਾ ਇੱਕ ਮਾਡਲ ਤੇ ਉਦਾਹਰਨ ਆਪਣੀ ਪੂਰੀ ਦੇਸ਼ ਨੂੰ ਮਿਲੇਗਾ ਕਿ ਹਾਂ ਸਰਕਾਰਾਂ ਸੁਣਦੀਆਂ ਨੇ ਤੇ ਕੰਮ ਕਰਦੀਆਂ ਨੇ ਤੇ ਪਬਲਿਕ ਨੂੰ ਨਾਲ ਲੈ ਕੇ ਚੱਲਦੀਆਂ ਨੇ। ਤੇ ਸਿਰਫ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣਾ ਖਤਮ ਕਰਨਾ ਚਾਹਾਂਗਾ ਆਪਣੀ ਸਪੀਚ ਨੂੰ ਤੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਚੀਜ਼ ਰੀਸਾਈਕਲ ਹੋ ਸਕਦੀ ਹੈ ਉਹਨੂੰ ਬੈਨ ਨਾ ਕੀਤਾ ਜਾਵੇ ਤੇ ਸਾਡੀ ਜਿਹੜੀ ਰੋਜ਼ੀ ਰੋਟੀ ਹੈ ਉਹਨੂੰ ਖੋਇਆ ਨਾ ਜਾਵੇ ਤੇ ਇਹਦੇ ਨਾਲ ਬਹੁਤ ਜ਼ਿਆਦਾ ਤਰਾਜ਼ੀਆਂ ਹੋਣ ਦਾ ਅੱਗੇ ਅਸਾਰ ਹੈ ਕਿਉਂਕਿ ਸਾਰੇ ਬੰਦਿਆਂ ਨੇ ਕਿਸੇ ਨੇ ਬੈਂਕ ਤੋਂ ਲਾਇਬਿਲਿਟੀਜ਼ ਨੇ ਕਿਸੇ ਨੇ ਕਿਸੇ ਤੋਂ ਕਰਜ਼ਾ ਲਿਆ। ਅਗਰ ਇਹਦੇ ਸਬਸਟੀਟਿਊਟ ਦੇ ਤੌਰ ਤੇ ਦੇਖਿਆ ਜਾਵੇ ਤਾਂ ਸਬਸਟੀਟਿਊਟ ਦੇ ਪੇਪਰ ਤੌਰ ਤੇ ਕਹਿੰਦੇ ਆ ਕਿ ਪੇਪਰ ਯੂਜ਼ ਕੀਤਾ ਜਾਵੇ, ਪੇਪਰ ਜਾਂ ਜੂਟ। ਨਾ ਤਾਂ ਆਪਣੇ ਇੰਡੀਆ ਦੇ ਵਿੱਚ ਇੰਨਾ ਜੂਟ ਅਵੇਲੇਬਲ ਹੈ ਕਿਉਂਕਿ ਜੂਟ ਦੀਆਂ ਮਿਲਾਂ ਬੰਦ ਹੋਈ ਨੂੰ ਵੀ ਬਹੁਤ ਦੇਰ ਹੋ ਗਈਆਂ। ਜਿਹੜੀ ਆਪਣੀ ਕਲਕੱਤੇ ਸਾਈਡ ਸੀਗੀਆਂ ਉਹ ਮਿਲਾਂ ਵੀ ਬੰਦ ਹੋ ਚੁੱਕੀਆਂ ਔਰ ਜੂਟ ਇੱਕ ਇੰਨਾ ਐਕਸਪੈਂਸਿਵ ਹੋ ਚੁੱਕਾ ਹੈ ਔਰ ਨਾ ਹੀ ਉਹਦੀ ਅਵੇਲੇਬਿਲਿਟੀ ਹੈ ਕਿ ਪੂਰੇ ਆਲ ਓਵਰ ਇੰਡੀਆ ਨੂੰ ਫੀਡ ਕੀਤਾ ਜਾ ਸਕੇ। ਦੂਜਾ ਆਪਸ਼ਨ ਦਿੰਦੇ ਨੇ ਜੀ ਪੇਪਰ ਬੈਗ। ਪੇਪਰ ਆਪਣੇ ਕੋਲ ਪਹਿਲੇ ਹੀ ਨਹੀਂ ਹੈ, ਪਹਿਲੇ ਹੀ ਆਪਾਂ ਜੰਗਲ ਵੱਢ ਕੇ ਉਹਨਾਂ ਨੂੰ ਖਤਮ ਕਰ ਚੁੱਕੇ ਹਾਂ ਔਰ এনवायरमेंट ਦੇ ਜਿਹੜੇ ਅੱਜ ਆਪਾਂ ਜਿਹੜਾ ਗਰਮੀਆਂ ਝੇਲ ਰਹੇ ਹਾਂ ਜਾਂ এনवायरमेंट ਦੇ ਲਈ ਝੇਲ ਰਹੇ ਹਾਂ, ਜੋ ਦਿੱਕਤਾਂ ਝੇਲ ਰਹੇ ਹਾਂ, ਉਹ ਆਪਣੇ ਲਗਾਤਾਰ ਐਕਸਪੈਂਸ਼ਨਸ ਔਰ ਸਾਰੇ ਸ਼ਹਿਰਾਂ ਦੀ ਐਕਸਪੈਂਸ਼ਨਸ ਔਰ ਸਾਰੀ ਚੀਜ਼ਾਂ ਪੋਪੂਲੇਸ਼ਨ ਦੇ ਐਕਸਪੈਂਸ਼ਨ ਦੇ ਨਾਲ ਜਿਹੜੇ ਜੰਗਲ ਵੱਢੇ ਜਾ ਰਹੇ ਨੇ ਉਹਦੇ ਕਰਕੇ ਵੀ ਇਹੀ এনवायरमेंट ਨੂੰ ਨੁਕਸਾਨ ਪਹੁੰਚ ਰਿਹਾ। ਔਰ ਅਗਰ ਆਪਾਂ ਇਹਦਾ ਸਬਸਟੀਟਿਊਟ ਪੇਪਰ ਦਿੰਨੇ ਆ ਤਾਂ ਉਹ ਦਿਨ ਦੂਰ ਨਹੀਂ ਕਿ ਮੈਂ ਸਮਝਦਾ ਕਿ ਸਾਲ ਭਰ ਵੀ ਪੇਪਰ ਚੱਲ ਨਹੀਂ ਪਾਏਗਾ ਜਿੰਨੇ ਕਿ ਜੰਗਲ ਬਚੇ ਨੇ ਔਰ ਉਸ ਤੋਂ ਬਾਅਦ ਕੀ ਰਹਿ ਜਾਏਗਾ। ਇਸ ਕਰਕੇ ਇਹਦਾ ਹੱਲ ਇੱਕ ਪਲਾਸਟਿਕ ਹੀ ਹੈ। ਇਸ ਨੂੰ ਮੈਨੇਜ ਕਰਨਾ ਚਾਹੀਦਾ ਹੈ, ਨਾ ਕਿ ਇਹਨੂੰ ਬੈਨ ਕਰਨਾ ਚਾਹੀਦਾ ਹੈ।
ਔਰ ਅਸੀਂ ਸਾਰੇ ਜਣੇ ਇਹੀ ਰਿਕੁਐਸਟ ਕਰਦੇ ਹਾਂ ਸਾਡੇ ਮਾਨਨੀय ਮੁੱਖ ਮੰਤਰੀ ਸਾਹਿਬ ਤੇ এনवायरमेंट ਮਿਨਿਸਟਰ ਮੀਤ ਹੇਅਰ ਜੀ ਨੂੰ ਕਿ ਸਾਡੀ ਐਸੋਸੀਏਸ਼ਨਸ ਨੂੰ ਮਿਲ ਕੇ ਬੁਲਾਇਆ ਜਾਵੇ ਤੇ ਸਾਨੂੰ ਉੱਥੇ ਪ੍ਰੈਜੈਂਟੇਸ਼ਨ ਦਿੱਤੀ ਜਾਵੇ, ਸਾਡੇ ਵੱਲੋਂ ਲਿੱਤੀ ਜਾਵੇ ਔਰ ਜੋ ਸਾਡੇ ਪੁਆਇੰਟਸ ਨੇ ਅਸੀਂ ਤੁਹਾਡੇ ਸਾਹਮਣੇ ਰੱਖ ਸਕੀਏ ਤੇ ਤੁਸੀਂ ਵੀ ਮਤਲਬ ਦੋਨੋਂ ਜਦੋਂ ਧਿਰਾਂ ਆਮਨੇ ਸਾਹਮਣੇ ਬੈਠਦੀਆਂ ਤੇ ਨਤੀਜਾ ਕੋਈ ਨਾ ਕੋਈ ਹੱਲ ਪੋਜ਼ਿਟਿਵ ਹੀ ਨਿਕਲਦਾ ਹੈ। ਇਹਦੇ ਨਾਲ ਬਹੁਤ ਅੱਛਾ ਇੱਕ ਮਾਡਲ ਤੇ ਉਦਾਹਰਨ ਆਪਣੀ ਪੂਰੀ ਦੇਸ਼ ਨੂੰ ਮਿਲੇਗਾ ਕਿ ਹਾਂ ਸਰਕਾਰਾਂ ਸੁਣਦੀਆਂ ਨੇ ਤੇ ਕੰਮ ਕਰਦੀਆਂ ਨੇ ਤੇ ਪਬਲਿਕ ਨੂੰ ਨਾਲ ਲੈ ਕੇ ਚੱਲਦੀਆਂ ਨੇ। ਤੇ ਸਿਰਫ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣਾ ਖਤਮ ਕਰਨਾ ਚਾਹਾਂਗਾ ਆਪਣੀ ਸਪੀਚ ਨੂੰ ਤੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਚੀਜ਼ ਰੀਸਾਈਕਲ ਹੋ ਸਕਦੀ ਹੈ ਉਹਨੂੰ ਬੈਨ ਨਾ ਕੀਤਾ ਜਾਵੇ ਤੇ ਸਾਡੀ ਜਿਹੜੀ ਰੋਜ਼ੀ ਰੋਟੀ ਹੈ ਉਹਨੂੰ ਖੋਇਆ ਨਾ ਜਾਵੇ ਤੇ ਇਹਦੇ ਨਾਲ ਬਹੁਤ ਜ਼ਿਆਦਾ ਤਰਾਜ਼ੀਆਂ ਹੋਣ ਦਾ ਅੱਗੇ ਅਸਾਰ ਹੈ ਕਿਉਂਕਿ ਸਾਰੇ ਬੰਦਿਆਂ ਨੇ ਕਿਸੇ ਨੇ ਬੈਂਕ ਤੋਂ ਲਾਇਬਿਲਟੀਜ਼ ਨੇ ਕਿਸੇ ਨੇ ਕਿਸੇ ਤੋਂ ਕਰਜ਼ਾ ਲਿੱਤਾ ਹੋਇਆ ਹੈ ਤੇ ਸਾਡੇ ਉਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਆਪਣੀ ਆਵਾਜ਼ ਸਾਡੇ ਨਾਲ ਬੈਠ ਕੇ ਮੀਟਿੰਗ ਕੀਤੀ ਜਾਵੇ ਤੇ ਸਾਡੀ ਆਵਾਜ਼ ਨੂੰ ਦਬਾਇਆ ਨਾ ਜਾਏ, ਸੁਣਿਆ ਜਾਏ, ਸਮਝਿਆ ਜਾਏ ਤੇ ਇੱਕ ਵਿਚਲਾ ਹੱਲ ਨਿਕਾਲਿਆ ਜਾਏ ਜੋ ਕਿ ਇੱਕ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਧੰਨਵਾਦ ਅੰਕੁਸ਼ ਗੁਪਤਾ, ਧੰਨਵਾਦ।